ਹੈਲੋ एवरीवन ਵੈਲਕਮ ਟੂ ਆਰਕੀਟੈਕਨੀਕਲ ਸਟੂਡੈਂਟਸ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਲਾਸ 11th ਕੈਮਿਸਟਰੀ ਦੇ 3rd ਚੈਪਟਰ ਦੇ ਨੋਟਸ ਕਲਾਸੀਫਿਕੇਸ਼ਨ ਆਫ ਐਲੀਮੈਂਟਸ ਐਂਡ ਪੀਰੀਓਡਿਸਿਟੀ ਇਨ ਪ੍ਰੋਪਰਟੀਜ਼। ਸਟੂਡੈਂਟਸ, ਇਹਨਾਂ ਦੇ ਵਿੱਚ ਅਸੀਂ ਇਹਨਾਂ ਦੇ ਨੋਟਸ ਜਿਹੜੇ ਆ ਉਹ ਡੀਪਲੀ ਸਟੱਡੀ ਕਰਨ ਜਾ ਰਹੇ ਹਾਂ। ਆਈ ਹੋਪ ਕਿ ਤੁਹਾਨੂੰ ਨੋਟਸ ਪੜ੍ਹ ਕੇ ਲੈਸਨ ਜਿਹੜਾ ਆ ਚੰਗੇ ਤਰੀਕੇ ਦੇ ਨਾਲ ਸਮਝ ਆ ਜਾਏਗਾ ਕਿ ਇਸ ਚੈਪਟਰ ਦੇ ਵਿੱਚ ਕੀ ਦੱਸਿਆ ਗਿਆ ਹੈ। ਸਟੂਡੈਂਟਸ, ਤੁਹਾਨੂੰ ਨਾਮ ਤੋਂ ਵੈਸੇ ਪਤਾ ਤਾਂ ਚੱਲ ਹੀ ਗਿਆ ਹੋਵੇਗਾ ਕਿ ਇਹ ਲੈਸਨ ਕਿਸ ਬਾਰੇ ਆ। ਕਲਾਸੀਫਿਕੇਸ਼ਨ ਆਫ ਐਲੀਮੈਂਟਸ ਦੀ ਜਿਹੜੀ ਕਲਾਸੀਫਿਕੇਸ਼ਨ ਹੈ ਉਸ ਬਾਰੇ ਇਹ ਚੈਪਟਰ ਹੈਗਾ ਆ। ਠੀਕ ਹੈ ਸਟੂਡੈਂਟਸ, ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਸਾਇੰਟਿਸਟ ਨੇ ਪੀਰੀਓਡਿਕ ਟੇਬਲ ਜਿਹੜਾ ਆ ਉਹਦੇ ਲਈ ਐਲੀਮੈਂਟਸ ਦੀ ਕਲਾਸੀਫਿਕੇਸ਼ਨ ਕੀਤੀ ਅਲੱਗ-ਅਲੱਗ ਬੇਸਿਸ ਦੇ ਉੱਤੇ। ਠੀਕ ਹੈ, ਬਾਅਦ ਵਿੱਚ ਜਿਹੜਾ ਆ ਕੋਈ ਇੱਕ ਜਿਹੜਾ ਆ ਜਿਹੜਾ ਅੱਜ ਦਾ ਪੀਰੀਓਡਿਕ ਟੇਬਲ ਹੈਗਾ ਆ, ਮਾਡਰਨ ਪੀਰੀਓਡਿਕ ਟੇਬਲ, ਉਹ ਐਕਸੈਪਟ ਹੋਇਆ ਸੀਗਾ। ਠੀਕ ਹੈ ਸਟੂਡੈਂਟਸ, ਇਸ ਬਾਰੇ ਅਸੀਂ ਪੜ੍ਹਨ ਜਾ ਰਹੇ ਹਾਂ ਕਿ ਕਿਹੜੇ ਸਾਇੰਟਿਸਟ ਨੇ ਠੀਕ ਹੈ ਕਿਹੜੇ ਬੇਸਿਸ ਦੇ ਉੱਤੇ ਆਪਣੀ ਕਲਾਸੀਫਿਕੇਸ਼ਨ ਦਿੱਤੀ ਐਲੀਮੈਂਟਸ ਨੂੰ ਲੈ ਕੇ। ਸੋ ਡਿਸਕਸ ਕਰਦੇ ਹਾਂ ਅਸੀਂ। ਠੀਕ ਹੈ ਸਟੂਡੈਂਟਸ, ਸੋ ਸਭ ਤੋਂ ਪਹਿਲਾਂ ਹੈ ਡਬਰਨੀਅਰਸ ਟ੍ਰੇਟਸ। ਠੀਕ ਹੈ ਸਟੂਡੈਂਟਸ, ਔਰ ਇਹ ਤੁਸੀਂ 10th ਕਲਾਸ ਵਿੱਚ ਵੀ ਪੜ੍ਹਿਆ ਹੋਏਗਾ। ਆਈ ਥਿੰਕ ਇਨ 9th ਸਟੈਂਡਰਡ ਯੂ ਹੈਵ ਆਲਰੇਡੀ ਲਰਨਡ ਇਟ। ਸੋ ਅਸੀਂ ਇਹ ਡਿਸਕਸ ਕਰਨ ਜਾ ਰਹੇ ਹਾਂ ਡਬਰਨੀਅਰਸ ਟ੍ਰੇਟਸ। ਠੀਕ ਹੈ, ਡਬਰਨੀਅਰ ਦੇ ਟ੍ਰਾਈਟਸ ਦਾ ਮਤਲਬ ਹੁੰਦਾ ਹੈ ਤਿਕੜੀ। ਠੀਕ ਹੈ, ਡਬਰਨੀਅਰ ਦੀ ਤਿਕੜੀ ਜਿਹੜੀ ਕੀ ਸੀਗੀ। ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹਨਾਂ ਨੇ ਕਦੋਂ ਕਲਾਸੀਫਿਕੇਸ਼ਨ ਦਿੱਤੀ, ਇਨ 1870। ਠੀਕ ਹੈ, ਜਿਨ੍ਹਾਂ ਸਟੂਡੈਂਟਸ ਨੇ ਜਿਹੜੇ ਐਗਜ਼ਾਮ ਦੇਣੇ ਨੇ ਜਿਵੇਂ JEE ਮੇਨਸ, ਸੋ ਇਹ ਕੁਐਸਚਨ ਜਿਹੜਾ ਆ ਉਸ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਬਣ ਜਾਂਦਾ ਹੈ। ਠੀਕ ਹੈ, ਕਿ ਡਬਰਨੀਅਰਸ ਨੇ ਜਿਹੜੇ ਟ੍ਰੇਟਸ ਦਿੱਤੇ ਉਹ ਕਦੋਂ ਦਿੱਤੇ। ਇਨ 1817 ਇੱਕ ਜਰਮਨ ਸਾਇੰਟਿਸਟ ਹੈਗੇ ਸੀਗੇ। ਇਹਨਾਂ ਨੇ ਕਿਸ ਬੇਸਿਸ ਦੇ ਉੱਤੇ ਜਿਹੜੇ ਕਲਾਸੀਫਿਕੇਸ਼ਨ ਕੀਤੀ ਪੜ੍ਹਦੇ ਹਾਂ। ਹੀ ਕਲਾਸੀਫਾਈਡ ਦੀ ਐਲੀਮੈਂਟਸ ਇਨ ਗਰੁੱਪਸ ਆਫ 3 ਐਲੀਮੈਂਟਸ ਕਾਲਡ ਟ੍ਰਾਇਡਸ। ਠੀਕ ਹੈ, ਇਹਨਾਂ ਨੇ ਕੀ ਕੀਤਾ ਕਿ ਐਲੀਮੈਂਟਸ ਨੂੰ 3 ਦੇ ਵਿੱਚ ਵੰਡ ਦਿੱਤਾ। ਠੀਕ ਹੈ, ਮਤਲਬ ਕਿ ਦੇਖੋ ਨਾ, 3 ਐਲੀਮੈਂਟਸ ਇੱਧਰ ਕਰਤੇ, 3 ਐਲੀਮੈਂਟਸ, ਮਤਲਬ ਕਿ 3 ਐਲੀਮੈਂਟਸ ਦੇ ਵਿੱਚ ਇਹਨਾਂ ਨੂੰ ਵੰਡ ਦਿੱਤਾ ਅਤੇ ਇਹਨਾਂ ਨੂੰ ਕੀ ਕਿਹਾ ਗਿਆ, ਟ੍ਰੇਡਸ। ਠੀਕ ਹੈ, ਮਤਲਬ ਤਿਕੜੀ ਮਤਲਬ 3। ਠੀਕ ਹੈ ਸਟੂਡੈਂਟਸ, the elements in a trade had a similar properties and the atomic weight of the middle member of each trade is very close to the arithmetic mean average of the other 2 elements। ਠੀਕ ਹੈ ਸਟੂਡੈਂਟਸ, ਇਹਨਾਂ ਨੇ ਕੀ ਕੀਤਾ ਕਿ ਤਿਕੜੀ ਬਣਾ ਦਿੱਤੀ ਅਤੇ ਇਹਨਾਂ ਤਿਕੜੀ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹੜਾ ਮਿਡਲ ਐਲੀਮੈਂਟਸ ਹੁੰਦਾ ਸੀਗਾ। ਹੁਣ ਜਿਵੇਂ ਇਹ ਇਹਨਾਂ ਨੇ ਤਿਕੜੀ ਦਿੱਤੀ ਸੀਗੀ, ਹੁਣ ਇਹਦੇ ਵਿੱਚ ਤੁਸੀਂ ਦੇਖੋ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਮਿਡਲ ਐਲੀਮੈਂਟ ਮਤਲਬ ਕਿ ਜਿਹੜਾ ਸਾਡਾ ਇੱਥੇ ਸੋਡੀਅਮ ਹੈਗਾ ਆ, ਇਹਦਾ ਵੇਟ ਕੀ ਹੋਏਗਾ, ਇਹਨਾਂ ਦੋਨਾਂ ਦੀ ਐਵਰੇਜ ਹੋਏਗਾ। ਠੀਕ ਹੈ, ਅਰਥਮੈਟਿਕ ਮੀਨ ਦਾ ਮਤਲਬ ਕੀ ਹੁੰਦਾ ਸਟੂਡੈਂਟਸ, ਐਵਰੇਜ, ਮਤਲਬ ਕਿ ਇਹਨਾਂ ਦੋਨਾਂ ਦੇ ਜਿਹੜੇ ਅਟੋਮਿਕ ਵੇਟ ਨੇ ਉਹਨਾਂ ਨੂੰ ਜੋੜ ਕੇ, ਠੀਕ ਹੈ, ਅਤੇ 2 ਨਾਲ ਡਿਵਾਈਡ ਕਰਨ 'ਤੇ ਇਹਦਾ ਵੇਟ ਜਿਹੜਾ ਸਾਡੇ ਕੋਲ ਆ ਜਾਏਗਾ। ਠੀਕ ਹੈ, ਇਹ ਜਿਹੜੀ ਇਹਨਾਂ ਨੇ ਕਲਾਸੀਫਿਕੇਸ਼ਨ ਕੀਤੀ ਸੀਗੀ ਇਹਦੇ ਬੇਸਿਸ ਦੇ ਉੱਤੇ, ਇਹ ਕੁਛ ਐਲੀਮੈਂਟਸ ਲਈ ਸਹੀ ਸਾਬਿਤ ਹੋਈ। ਬਟ ਜੇ ਤੁਸੀਂ ਦੇਖੋ ਕਲੋਰੀਨ ਔਰ ਆਇਓਡੀਨ ਨੂੰ ਜੋੜ ਕਰਕੇ ਦੇਖੋ, ਇਹਦਾ ਅਰਥਮੈਟਿਕ ਮੀਨ ਐਵਰੇਜ ਦੀ ਕੱਢੋ ਤਾਂ ਬ੍ਰੋਮੀਨ ਦਾ ਮਾਸ ਨਹੀਂ ਆਉਂਦਾ। ਠੀਕ ਹੈ, ਇਸ ਕਰਕੇ ਇਹ ਜਿਹੜਾ ਟ੍ਰੇਡ ਸੀਗਾ ਉਹ ਗਲਤ ਸਾਬਿਤ ਹੋਇਆ ਸੀਗਾ। ਕੁਛ ਐਲੀਮੈਂਟਸ 'ਤੇ ਕੁਛ ਜਿਹੜੇ ਤਿਕੜੀਆਂ ਸੀਗੀਆਂ ਉਹਨਾਂ 'ਤੇ ਇਹ ਸਹੀ ਸਾਬਿਤ ਹੋਇਆ। ਠੀਕ ਹੈ ਸਟੂਡੈਂਟਸ, ਬਟ ਕੁਛ 'ਤੇ ਇਹ ਗਲਤ ਸਾਬਿਤ ਹੋਇਆ। ਠੀਕ ਹੈ ਸਟੂਡੈਂਟਸ, ਇਸ ਕਰਕੇ ਉਦੋਂ ਤੱਕ ਤਾਂ ਠੀਕ ਸੀਗਾ ਕਿਉਂਕਿ ਉਦੋਂ ਇੰਨੀ ਡਿਵੈਲਪਮੈਂਟ ਨਹੀਂ ਹੋਈ ਸੀਗੀ ਕਲਾਸੀਫਿਕੇਸ਼ਨ ਦੀ ਪੀਰੀਓਡਿਕ ਟੇਬਲ ਦੀ। ਸੋ ਇਹ ਸੀਗਾ ਡਬਰਨੀਅਰਸ ਦੇ ਟ੍ਰਾਇਡਸ ਕਿ ਉਹਨਾਂ ਨੇ ਕਿਵੇਂ ਟ੍ਰਾਇਡ ਦਿੱਤੇ ਔਰ ਕੀ ਕਿਹਾ। ਤੁਸੀਂ ਇੰਨਾ ਕਿ ਭਾਗ ਜਿਹੜਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਆ। ਇਸੇ ਹੀ ਪੈਰੇ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਦਿੱਤੀ ਗਈ ਹੈ। ਯਾਦ ਰੱਖਣ ਵਾਲੀਆਂ ਗੱਲਾਂ ਨੇ ਕਿ ਡਬਰਨੀਅਰਸ ਦੇ ਟ੍ਰਾਇਡ ਹੈ ਕੀ ਸੀਗੇ, ਉਹਨਾਂ ਨੇ ਕਿਸ ਬੇਸਿਸ ਦੇ ਉੱਤੇ ਕਲਾਸੀਫਿਕੇਸ਼ਨ ਕੀਤੀ ਸੀਗੀ। ਸੋ ਆਈ ਹੋਪ ਸਟੂਡੈਂਟ ਕਿ ਤੁਹਾਨੂੰ ਇਹ ਟੋਪਿਕ ਸਮਝ ਆ ਗਿਆ। ਨੈਕਸਟ ਦੇਖਦੇ ਹਾਂ ਅਗਲੇ ਸਾਇੰਟਿਸਟ ਹੈਗੇ ਨੇ ਡੀ ਚਨਕੋਟਾਇਸ ਕਲਾਸੀਫਿਕੇਸ਼ਨ। ਠੀਕ ਹੈ ਸਟੂਡੈਂਟਸ, ਇਹ ਜਿਹੜੇ ਸੀਗੇ ਇਹ ਫਰੈਂਚ ਬੋਲਦੇ ਸੀ। ਠੀਕ ਹੈ, ਸੋ ਇਹਨਾਂ ਨੇ ਕਿਸ ਬੇਸਿਸ ਦੇ ਉੱਤੇ ਕਲਾਸੀਫਿਕੇਸ਼ਨ ਕੀਤੀ, ਹੀ ਅਰੇਂਜਡ ਦੈਨ ਨੋਨ ਐਲੀਮੈਂਟਸ ਇਨ ਆਰਡਰ ਆਫ ਇਨਕਰੀਜ਼ਿੰਗ ਵੇਟ। ਇਹਨਾਂ ਨੇ ਕਿਸ ਬੇਸਿਸ 'ਤੇ ਕੀਤੀ ਕਿ ਜਿੰਨੇ ਕੁ ਐਲੀਮੈਂਟਸ ਉਸ ਸਮੇਂ ਡਿਸਕਵਰ ਹੋਏ ਸੀਗੇ ਉਹਨਾਂ ਦੇ ਅਟੋਮਿਕ ਵੇਟ, ਠੀਕ ਹੈ, ਉਹਨਾਂ ਦੇ ਅਟੋਮਿਕ ਵੇਟ ਦੇ ਇਨਕਰੀਜ਼ਿੰਗ ਆਰਡਰ ਦੇ ਵਿੱਚ ਇਹਨਾਂ ਨੇ ਐਲੀਮੈਂਟ ਲਗਾਏ and proposed a cylindrical table of elements to display the periodic resources of properties. His model was not accepted.
ठीक है स्टूडेंट्स, देखो इन्होंने की कीता सीगा कि एलीमेंट्स किस बेसिस से लगाया, इनक्रीजिंग वेट, ठीक है। और इन्होंने एक सिलेंड्रिकल जड़ा पीरियोडिक टेबल बनाया, सिलेंड्रिकल टेबल जड़ा आ वो बना डिस्प्ले किया सीगा, बट इन्हों का एक्सैप्ट नहीं होया क्योंकि जड़ा सिलेंड्रिकल हैगा आ उन्होंने समझना बहुत ही ज़्यादा मुश्किल हो जाता है। सिलेंड्रिकल एक तो उन्होंने असी नोटबुक ते या पेज से ड्रॉ करना बहुत औखा हो जाएगा क्योंकि वो तो 3D हो जाएगा ना, ठीक है स्टूडेंट्स। इस करके इन्हों का ये मॉडल एक्सैप्ट नहीं किया गया, सिलेंड्रिकल समझना बहुत ज़्यादा मुश्किल सीगा। इस करके इन्हों का जड़ा इन्होंने जड़ी भी इन्होंने डिस्प्ले किया सीगा सिलेंड्रिकल टेबल ਜਾਂ मॉडल जड़ा इन्होंने तैयार किया सीगा क्लासीफिकेशन का, वो एक्सैप्ट नहीं किया गया, ठीक है। हिज मॉडल वॉज नॉट एक्सैप्टेड, ठीक है स्टूडेंट्स। ये टॉपिक इन्ना इंपॉर्टेंट नहीं सीगा फ्रॉम एग्जामिनेशन पॉइंट ऑफ व्यू। नैक्सट हैगा आ न्यूलैंड्स लॉ ऑफ ऑक्टेव, न्यूलैंड लॉ ऑफ ऑक्टेव, दिस इज़ वेरी इंपॉर्टेंट फ्रॉम एग्जामिनेशन पॉइंट ऑफ व्यू। इन्होंने कदों क्लासीफिकेशन का लॉ दिता सीगा इन 1865, ये इंग्लिश कैमिस्ट सीगे। सो इन्होंने किस बेसिस उत्ते क्लासीफिकेशन की पढ़ते हैं, वैन दी एलीमेंट्स अरेंज इन द इंक्रीजिंग ऑर्डर ऑफ एटॉमिक वेट्स द प्रॉपर्टीज़ ऑफ एवरी 8th एलीमेंट आर सिमिलर टू द फर्स्ट वन, ठीक है। इन्होंने की किया कि हर एलीमेंट नू इंक्रीजिंग ऑर्डर ऑफ एटॉमिक वेट, मतलब कि इन्होंने भी एटॉमिक वेट के इंक्रीजिंग ऑर्डर दे विच ही एलीमेंट्स नू लगाया, ठीक है। बट इन्हों की प्रॉपर्टी की कहती सी, इन्होंने प्रॉपर्टी दी कि जोड़ा 8th एलीमेंट होएगा, जिमें 7 असी एलीमेंट लिख दिते, और जोड़ा 8th एलीमेंट होएगा वो जी प्रॉपर्टी है वो फर्स्ट एलीमेंट के नाल मिलती होएगी, ठीक है। इट वॉज लॉ ऑफ ऑक्टेव ड्यू टू सिमिलरिटी विद दी म्यूजिकल स्केल, और इन्हों का जोड़ा लॉ सीगा ओदी जी सिमिलरिटी सीगी वो किहदे नाल सीगी, म्यूजिकल स्केल दे नाल सीगी। हुण देखते हैं कि इन्होंने किस प्रकार ਜਿਹੜੇ एलीमेंट ਸੀਗੇ ਉਹਨਾਂ ਨੂੰ ਲਗਾਇਆ। ਸਭ ਤੋਂ ਪਹਿਲਾਂ ਇਹਨਾਂ ਨੇ ਲਿਥੀਅਮ, ਬੇਰੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ ਐਂਡ ਫਲੋਰੀਨ, ਠੀਕ ਹੈ। ਹੁਣ ਤੁਸੀਂ ਦੇਖੋ ਇਹਨਾਂ ਨੇ ਲਗਾਇਆ 7 ਜਿਹੜੇ ਸਾਡੇ ਮਿਊਜ਼ੀਕਲ ਸਕੇਲ ਨੇ, ਸਾ, ਰੇ, ਗਾ, ਮਾ, ਪਾ, ਧਾ, ਨੀ, ਠੀਕ ਹੈ। ਸਾ ਮਤਲਬ 8th ਤੋਂ ਬਾਅਦ ਜਿਹੜਾ 8th ਐਲੀਮੈਂਟ ਐਨ ਸੋਡੀਅਮ ਹੈਗਾ ਆ, ਇਹਦੀਆਂ ਪ੍ਰੋਪਰਟੀਜ਼ ਕੀ ਹੋਣਗੀਆਂ, ਫਸਟ ਐਲੀਮੈਂਟ ਦੇ ਨਾਲ ਮਿਲਦੀਆਂ ਹੋਣਗੀਆਂ। ਇਹ ਇਹਨਾਂ ਦਾ ਜਿਹੜਾ ਲੋ ਸੀਗਾ ਉਹ ਕਹਿੰਦਾ ਸੀ, ठीक है स्टूडेंट्स। सो ये सीगा साडा न्यूलैंड्स लॉ ऑफ ऑक्टेव। उहदे तो बाद जिहड़ा साडा मॉडर्न पीरियोडिक टेबल है वो किहदा जिहड़ा एक्सैप्ट होया सीगा। द मेन क्रेडिट ऑफ द पीरियोडिक लॉ गोज़ टू रशियन केमिस्ट Dmitry Mendeleev of the German and the German chemist Lothar Meyer, who prepared the same law while working independently, ठीक है। ਜਿਹੜਾ ਅੱਜ ਦਾ ਮਾਡਰਨ ਪੀਰੀਓਡਿਕ ਟੇਬਲ ਹੈ ਉਹਦਾ ਕ੍ਰੈਡਿਟ ਕਿਹਨੂੰ ਜਾਂਦਾ ਆ, ਰਸ਼ੀਅਨ ਕੈਮਿਸਟ ਹੈਗੇ ਨੇ ਇੱਕ ਦਮਿਤਰੀ ਮੈਂਡਲੀਵ। ਤੁਸੀਂ ਆਪਣੀਆਂ ਸਾਇੰਸ ਲੈਬ ਦੇ ਵਿੱਚ ਇਹਨਾਂ ਦੀ ਫੋਟੋ ਜ਼ਰੂਰ ਦੇਖੀ ਹੋਏਗੀ ਲੱਗੀ, ਦਮਿਤਰੀ ਮੈਂਡਲੀਵ ਦੀ, ਠੀਕ ਆ। ਐਂਡ ਇੱਕ ਜਰਮਨ ਕੈਮਿਸਟ ਸੀਗੇ ਲੋਥਰ ਮੇਅਰ, ਠੀਕ ਹੈ। ਬਟ ਜਿਹੜਾ ਐਕਸੈਪਟ ਹੋਇਆ ਸੀਗਾ, ਮਤਲਬ ਜਿਹੜੇ ਲੋਥਰ ਮੇਅਰ ਸੀਗੇ ਉਹਨਾਂ ਨੇ ਵੀ ਪੂਰਾ ਹੀ ਕੰਮ ਲਿਖਤੀ ਵਰਕ ਜਿਹੜਾ ਸੀਗਾ ਉਹਨਾਂ ਨੇ ਕਰ ਲਿਆ ਸੀਗਾ। ਉਹਨਾਂ ਨੇ ਵੀ ਜਿਹੜਾ ਮਾਡਰਨ ਪੀਰੀਓਡਿਕ ਟੇਬਲ ਹੈ ਉਹ ਬਣਾ ਲਿਆ ਸੀ, ਬਟ ਉਹਨਾਂ ਨੇ ਆਪਣੇ ਪੇਪਰ ਜਿਹੜੇ ਸੀਗੇ ਸਬਮਿਟ ਨਹੀਂ ਕੀਤੇ ਸੀਗੇ। ਬਟ ਜਿਹੜੇ ਦਮਿਤਰੀ ਮੈਂਡਲੀਵ ਸੀਗੇ ਉਹਨਾਂ ਨੇ ਸਬਮਿਟ ਕਰ ਦਿੱਤੇ ਸੀਗੇ, ਇਸ ਕਰਕੇ ਇਹਨਾਂ ਦਾ ਐਕਸੈਪਟ ਹੋ ਗਿਆ, ਠੀਕ ਹੈ। ਬਟ ਇਹਨਾਂ ਨੇ ਵੀ ਬਣਾ ਹੀ ਲਿਆ ਸੀ, ਬਟ ਇਹਨਾਂ ਦੇ ਜਿਹੜਾ ਸੀਗਾ ਜਿਹੜਾ ਸਬਮਿਟ ਨਹੀਂ ਕੀਤਾ ਸੀਗਾ, ਠੀਕ ਹੈ ਸਟੂਡੈਂਟਸ। सो लोथर मेयर की अरेंजमेंट पढ़ लेंगे हैं कि इन्होंने किस बेसिस के उत्ते अपना अरेंजमेंट की सी एलीमेंट्स की। ही शोड दैट when the properties of the elements arranged in the increasing order of their atomic weight, similarities in physical and chemical properties appear at regular intervals। कहते कि जदों एलीमेंट्स ਨੂੰ ਉਹਨਾਂ ਦੇ ਇਨਕਰੀਜ਼ਿੰਗ ਆਰਡਰ ਆਫ देयर ਐਟੋਮਿਕ ਵੇਟਸ, ਉਹਨਾਂ ਦੇ ਐਟੋਮਿਕ ਵੇਟ ਦੇ ਇਨਕਰੀਜ਼ਿੰਗ ਆਰਡਰ ਦੇ ਵਿੱਚ ਲਗਾਇਆ ਜਾਂਦਾ ਆ, ਠੀਕ ਹੈ। ਤਾਂ ਉਹਨਾਂ ਦੀਆਂ ਜਿਹੜੀਆਂ ਸਿਮਿਲਰਿਟੀਜ਼ ਨੇ, ਜਿਹੜੇ ਫਿਜ਼ੀਕਲ ਐਂਡ ਕੈਮੀਕਲ ਪ੍ਰੋਪਰਟੀਜ਼ ਨੇ, ਠੀਕ ਹੈ, ਉਹ ਕਿੱਦਾਂ ਅਪੇਅਰ ਹੋਣਗੇ, ਰੈਗੂਲਰ ਇੰਟਰਵਲਸ ਦੇ ਵਿੱਚ ਅਪੇਅਰ ਹੋਣਗੇ ਸਾਨੂੰ, ਠੀਕ ਹੈ ਸਟੂਡੈਂਟਸ। ਉਹਦੇ ਤੋਂ ਬਾਅਦ ਬਹੁਤ ਹੀ ਇੰਪੋਰਟੈਂਟ ਮੈਂਡਲੀਵ ਪੀਰੀਓਡਿਕ ਟੇਬਲ, ਠੀਕ ਹੈ ਸਟੂਡੈਂਟ। ਜਿਹੜਾ ਅੱਜ ਦਾ ਪੀਰੀਓਡਿਕ ਟੇਬਲ ਹੈ
ਉਹ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਉਸ ਦੇ ਬਾਰੇ। ਸੋ ਤੁਸੀਂ ਦੇਖ ਸਕਦੇ ਹੋ ਜਿਹੜਾ ਮੈਂਡਲੀਵ ਦਾ ਪੀਰੀਓਡਿਕ ਟੇਬਲ ਹੈ ਉਹ ਕਦੋਂ ਦਿੱਤਾ ਗਿਆ ਸੀਗਾ? ਇਨ 1869 ਦੇ ਵਿੱਚ ਮੈਂਡਲੀਵ ਦਾ ਪੀਰੀਓਡਿਕ ਟੇਬਲ ਦਿੱਤਾ ਗਿਆ, ਠੀਕ ਹੈ। In 1869, Mendeleev made a remarkable contribution to the classification of elements. The law states that the physical and the chemical properties of elements are periodic function of their atomic weight, ठीक है। ਉਹਦੇ atomic weight ਤੇ ਹੀ ਸਾਰਾ ਜਿਹੜਾ periodic table ਹੈ ਉਹ ਘੁੰਮਦਾ ਸੀਗਾ ਉਸ ਟਾਈਮ। ਜਿੰਨੇ ਕਿ ਐਲੀਮੈਂਟ ਉਸ ਟਾਈਮ ਡਿਸਕਵਰ ਹੋਏ ਸੀਗੇ ਉਹਨਾਂ ਦੇ ਅਕੋਰਡਿੰਗ ਹੀ ਉਹਨਾਂ ਨੇ ਜਿਹੜਾ ਪੀਰੀਓਡਿਕ ਟੇਬਲ ਸੀਗਾ ਉਹ ਬਣਾਇਆ ਸੀਗਾ, ਠੀਕ ਹੈ। ਕੁਛ ਨੇ ਜਿਹੜੀ ਖਾਲੀ ਸਪੇਸ ਵੀ ਛੱਡੀ ਸੀਗੀ ਐਟੋਮਿਕ ਦੇ ਵਿੱਚ ਕਿ ਜਿਵੇਂ ਜਿਵੇਂ ਡਿਸਕਵਰ ਹੁੰਦੇ ਜਾਣਗੇ ਅਤੇ ਉੱਤੇ ਐਡ ਹੁੰਦੇ ਜਾਣਗੇ, ਠੀਕ ਹੈ ਸਟੂਡੈਂਟਸ। ਸੋ ਇਹ ਮੈਂਡਲੀਵ ਦਾ ਪੀਰੀਓਡਿਕ ਲਾਅ ਸੀਗਾ। ਅੱਗੇ ਇਹਨਾਂ ਦਾ ਜਿਹੜਾ ਪੀਰੀਓਡਿਕ ਟੇਬਲ ਹੈ ਅਸੀਂ ਉਹ ਵੀ ਪੜ੍ਹ ਲੈਂਦੇ ਹਾਂ ਕਿ ਕਿਸ ਬੇਸਿਸ ਦੇ ਉੱਤੇ ਇਹਨਾਂ ਨੇ ਕਿਹੜਾ ਪੀਰੀਓਡਿਕ ਟੇਬਲ ਬਣਾਇਆ ਸੀਗਾ। ਇਹਨਾਂ ਦੇ ਅਕੋਰਡਿੰਗ ਕੀ ਸੀਗਾ? ਦੀ ਹੋਰੀਜੋਨਟਲ ਰੋਜ਼ ਇਨ ਦੀ ਪੀਰੀਓਡਿਕ ਟੇਬਲ ਆਰ ਕਾਲਡ ਪੀਰੀਅਡਸ, ਜਿਹੜੀ ਐਂਡ ਦੀ ਵਰਟੀਕਲ ਕਾਲਮਸ ਆਰ ਕਾਲਡ ਗਰੁੱਪਸ। ਇਹਨਾਂ ਦੇ ਪੀਰੀਓਡਿਕ ਟੇਬਲ ਦੇ ਅਕੋਰਡਿੰਗ ਕੀ ਸੀਗਾ ਕਿ ਜਿਹੜੀ ਹੋਰੀਜੋਨਟਲ ਲਾਈਨ ਹੈ, ਠੀਕ ਹੈ, ਲੇਟਵੀਂ ਲਾਈਨ ਹੈ, ਉਹਨੂੰ ਅਸੀਂ ਕੀ ਕਹਾਂਗੇ? ਪੀਰੀਅਡਸ ਕਹਾਂਗੇ, ਪੀਰੀਅਡਸ। ਐਂਡ ਦੀ ਵਰਟੀਕਲ ਕਾਲਮਸ ਆਰ ਕਾਲਡ ਗਰੁੱਪ। ਜਿਹੜੇ ਵਰਟੀਕਲ ਕਾਲਮ ਨੇ, ਖੜਵੀਆਂ ਲਾਈਨਾਂ ਨੇ, ਠੀਕ ਹੈ, ਉਹਨਾਂ ਨੂੰ ਅਸੀਂ ਕੀ ਕਹਾਂਗੇ? ਗਰੁੱਪ ਕਹਾਂਗੇ। ਦੀ ਓਰੀਜਨਲ ਪੀਰੀਓਡਿਕ ਟੇਬਲ ਬਾਈ ਮੈਂਡਲੀਵ ਹੈਡ 16 ਪੀਰੀਅਡ ਐਂਡ 8 ਗਰੁੱਪਸ। ਜਿਹੜਾ ਓਰੀਜਨਲ ਪੀਰੀਓਡਿਕ ਟੇਬਲ ਸੀਗਾ ਮੈਂਡਲੀਵ ਵੱਲੋਂ ਦਿੱਤਾ ਗਿਆ ਉਹਦੇ 16 ਪੀਰੀਅਡਸ ਐਂਡ 8 ਗਰੁੱਪਸ ਸੀਗੇ, ਠੀਕ ਹੈ ਸਟੂਡੈਂਟਸ। ਉਸ ਤੋਂ ਬਾਅਦ ਪੜ੍ਹਦੇ ਹਾਂ ਅਸੀਂ ਕਿ ਇੰਪੋਰਟੈਂਟ ਕੰਟਰੀਬਿਊਸ਼ਨ ਆਫ ਮੈਂਡਲੀਵਸ ਪੀਰੀਓਡਿਕ ਟੇਬਲ। ਕਿਉਂਕਿ ਇਹਨਾਂ ਦਾ ਐਕਸੈਪਟ ਹੋਇਆ ਸੀਗਾ ਇਸ ਕਰਕੇ ਅਸੀਂ ਇਹਨਾਂ ਦੀ ਕੰਟਰੀਬਿਊਸ਼ਨ, ਠੀਕ ਹੈ, ਇਹਨਾਂ ਦੇ ਕਿਹੜੇ ਕਿਹੜੇ ਮਤਲਬ ਕਮੀਆਂ ਵੀ ਰਹਿ ਗਈ, ਲਿਮੀਟੇਸ਼ਨਸ ਵੀ ਹੁੰਦੀਆਂ ਨੇ, ਠੀਕ ਹੈ। ਜਿਵੇਂ ਕਿਸੇ ਦੀ ਕੋਈ ਜਿਹੜੀ ਖਾਸ ਗੱਲ ਹੁੰਦੀ, ਕੰਟਰੀਬਿਊਸ਼ਨ ਹੁੰਦੀ ਹੈ ਤਾਂ ਲਿਮੀਟੇਸ਼ਨਸ ਵੀ ਰਹਿ ਜਾਂਦੀਆਂ ਨੇ, ਠੀਕ ਹੈ, ਕਈ ਵਾਰ। ਸੋ ਅਸੀਂ ਸਭ ਦੇ ਜਿਨ੍ਹਾਂ ਸਾਇੰਟਿਸਟ ਨੇ ਜੋ ਸਾਨੂੰ ਕਲਾਸੀਫਿਕੇਸ਼ਨ ਦਿੱਤੀ ਸੀਗੀ ਅਸੀਂ ਉਹ ਪੜ੍ਹ ਚੁੱਕੇ ਹਾਂ, ਠੀਕ ਹੈ। ਮੈਂਡਲੀਵ ਪੀਰੀਓਡਿਕ ਟੇਬਲ ਅਸੀਂ ਪੜ੍ਹਿਆ, ਹੁਣ ਅਸੀਂ ਇਹਨਾਂ ਦੀ ਕੰਟਰੀਬਿਊਸ਼ਨ ਪੜ੍ਹਨ ਜਾ ਰਹੇ ਹਾਂ। ਇੰਪੋਰਟੈਂਟ ਕੰਟਰੀਬਿਊਸ਼ਨ, ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਫਰੋਮ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ, ਠੀਕ ਹੈ। ਇਹ ਟੌਪਿਕ ਇੰਪੋਰਟੈਂਟ ਹੈ, ਇੰਪੋਰਟੈਂਟ ਕੰਟਰੀਬਿਊਸ਼ਨ ਆਫ ਮੈਂਡਲੀਵਸ ਪੀਰੀਓਡਿਕ ਟੇਬਲ, ਠੀਕ ਹੈ। ਸੋ ਫਸਟ ਕੰਟਰੀਬਿਊਸ਼ਨ ਕੀ ਹੈ? ਸਿਸਟਮੈਟਿਕ ਡਿਸਟਰੀਬਿਊਸ਼ਨ ਆਫ ਐਲੀਮੈਂਟਸ। ਇਹਨਾਂ ਦੀ ਜਿਹੜਾ ਪੀਰੀਓਡਿਕ ਲਾਅ ਦਿੱਤਾ ਉਹਦੇ ਅਕੋਰਡਿੰਗ ਕੀ ਸੀਗਾ ਕਿ ਜਿਹੜੇ ਸਿਸਟਮੈਟਿਕ ਡਿਸਟਰੀਬਿਊਸ਼ਨ ਆਫ ਐਲੀਮੈਂਟਸ, ਮਤਲਬ ਕਿ ਐਲੀਮੈਂਟ ਜਿਹੜੇ ਸੀਗੇ ਉਹ ਕੀ ਲੱਗੇ ਸੀਗੇ? ਸਿਸਟਮੈਟਿਕ ਉਹਦੀ ਡਿਸਟਰੀਬਿਊਸ਼ਨ ਹੋ ਗਈ ਸੀਗੀ। ਦੀ ਮੈਂਡਲੀਵਸ ਪੀਰੀਓਡਿਕ ਟੇਬਲ ਸਿੰਪਲੀਫਾਈਡ ਦੀ ਸਟੱਡੀ ਆਫ ਕੈਮਿਸਟਰੀ ਆਫ ਐਲੀਮੈਂਟਸ ਨੋਇੰਗ ਦੀ ਪ੍ਰੋਪਰਟੀਜ਼ ਆਫ ਵਨ ਐਲੀਮੈਂਟ ਇਨ ਦੀ ਗਰੁੱਪ, ਠੀਕ ਹੈ। ਇਹਦੇ ਨਾਲ ਕੀ ਹੋ ਗਿਆ ਸੀਗਾ ਕਿ ਜਿਨ੍ਹਾਂ ਨੇ ਕੈਮਿਸਟਰੀ ਦੀ ਸਟੱਡੀ ਕਰਨੀ ਸੀਗੀ, ਠੀਕ ਹੈ, ਉਹਨਾਂ ਦੀ ਐਲੀਮੈਂਟਸ ਨੂੰ ਜਾਣਨਾ ਬਹੁਤ ਈਜ਼ੀ ਹੋ ਗਿਆ ਸੀਗਾ ਕਿਉਂਕਿ ਪੀਰੀਓਡਿਕ ਟੇਬਲ ਦੇ ਵਿੱਚ ਤੁਸੀਂ ਐਲੀਮੈਂਟਸ ਦੇਖੋ ਤਾਂ ਸਿਸਟਮੈਟਿਕਲੀ ਲੱਗੇ ਹੋਏ ਨੇ, ਠੀਕ ਹੈ। ਉਹਨਾਂ ਨੂੰ ਸਟੱਡੀ ਕਰਨਾ ਬਹੁਤ ਹੀ ਜ਼ਿਆਦਾ ਈਜ਼ੀ ਹੋ ਗਿਆ ਆ ਬਿਕੋਜ਼ ਆਫ ਪੀਰੀਓਡਿਕ ਟੇਬਲ, ਠੀਕ ਹੈ। ਪੀਰੀਓਡਿਕ ਟੇਬਲ ਦੇ ਵਿੱਚ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਐਲੀਮੈਂਟਸ ਨੇ ਉਹਨਾਂ ਦੀ ਡਿਸਟਰੀਬਿਊਸ਼ਨ ਜਿਹੜੀ ਆ ਉਹ ਸਿਸਟਮੈਟਿਕਲੀ ਕੀਤੀ ਹੋਈ ਹੈ। ਦੀ ਪ੍ਰੋਪਰਟੀਜ਼ ਆਫ ਅਦਰ ਐਲੀਮੈਂਟਸ ਇਨ ਦੀ ਗਰੁੱਪ ਕੈਨ ਬੀ ਈਜ਼ੀਲੀ ਗੈਸਡ, ਠੀਕ ਹੈ। ਅਤੇ ਇੱਕ ਐਲੀਮੈਂਟ ਤੋਂ ਅਸੀਂ ਦੂਸਰੇ ਐਲੀਮੈਂਟ ਦੀ ਜਿਹੜੀ ਪ੍ਰੋਪਰਟੀ ਹੈ ਉਹ ਈਜ਼ੀਲੀ ਗੈਸ ਕਰ ਸਕਦੇ ਹਾਂ, ਠੀਕ ਹੈ, ਕਿਉਂਕਿ ਇੱਦਾਂ ਉਹਨਾਂ ਨੂੰ ਸਿਸਟਮੈਟਿਕਲੀ ਡਿਸਟਰੀਬਿਊਸ਼ਨ ਦੀ ਕੀਤੀ ਗਈ ਹੈ ਕਿ ਜਿਹੜਾ ਨੈਕਸਟ ਐਲੀਮੈਂਟ ਹੈ ਅਸੀਂ ਉਹਨੂੰ ਗੈਸ ਕਰ ਸਕਦੇ ਹਾਂ ਉਹਦੀ ਪ੍ਰੋਪਰਟੀ, ਠੀਕ ਹੈ ਸਟੂਡੈਂਟਸ। ਸੋ ਨੈਕਸਟ ਹੈਗਾ ਆ ਸੈਕਿੰਡ, ਕਰੈਕਸ਼ਨ ਆਫ ਐਟੋਮਿਕ ਮਾਸਿਸ, ਠੀਕ ਹੈ। ਸਿਸਟਮੈਟਿਕਲੀ ਆਰਡਰ ਦੇ ਨਾਲ ਡਿਸਟਰੀਬਿਊਸ਼ਨ ਜਿਹੜੀ ਕੀਤੀ ਗਈ ਐਲੀਮੈਂਟਸ ਦੀ, ਉਹਦੇ ਨਾਲ ਕੀ ਹੋਇਆ ਕਿ ਜਿਹੜੀ ਐਟੋਮਿਕ ਮਾਸਿਸ ਸੀਗੇ ਕੁਛ ਐਲੀਮੈਂਟਸ ਦੇ ਉਹ ਗੜਬੜ ਸੀਗੇ। ਇਹਦੇ ਨਾਲ ਕੀ ਹੋਇਆ ਕਿ ਉਹਦੀ ਵੀ ਕਰੈਕਸ਼ਨ ਹੋ ਗਈ, ਠੀਕ ਹੈ। ਦੀ ਮੈਂਡਲੀਵ ਪੀਰੀਓਡਿਕ ਟੇਬਲ ਹੈਲਪ ਇਨ ਦੀ correcting the atomic masses of some element based on their position in the table, ठीक है। कुछ एलिमेंट की जड़ी आ वो correction की गई। फॉर एग्जाम्पल एटॉमिक मास ऑफ बेरिलियम was corrected from 13.5 to 9, ठीक है। कहते कि फॉर एग्जाम्पल उदाहरण के लिए जो बेरिलियम सीगा उदा एटॉमिक जोड़ा मास सीगा वो करैक्ट किया गया। पहले उदा मास कितना सीगा 13.5 सीगा पर बाद विच उदा 9 किया गया, ठीक है। सिमिलरली विद द हेल्प ऑफ दिस टेबल एटॉमिक मासेस ऑफ इंडियम गोल्ड प्लैटिनम वर करेक्टेड, ठीक है। ये एलिमेंट्स के नाम दिते गए हैं। दिस इज़ ऑल्सो वेरी इंपॉर्टेंट फ्रॉम एग्जामिनेशन पॉइंट ऑफ व्यू। क्वेश्चन बन सकता है कि किना एलिमेंट्स से जोड़े मासिस से वो मैंडलीव के पीरियोडिक टेबल तो बाद करैक्ट किए गए, करैक्शन की गई उन्होंने, दैट इज़ गोल्ड प्लैटिनम, ठीक है। दिस कैन बी अ वेरी इंपॉर्टेंट क्वेश्चन, बहुत वधिया क्वेश्चन बन सकता है ये तो,
ਥਰਡ ਹੈ ਪ੍ਰੈਡਿਕਸ਼ਨ ਆਫ ਨਿਊ ਐਲੀਮੈਂਟਸ, ਇਹਨੂੰ ਵੀ ਪੜ੍ਹਦੇ ਹਾਂ। ਐਟ ਦ ਟਾਈਮ ਆਫ ਮੈਨਲੀਵਸ ਓਨਲੀ 56 ਐਲੀਮੈਂਟਸ ਵਰ ਨੋਨ। ਠੀਕ ਹੈ, ਮੈਨਲੀਵ ਦੇ ਟਾਈਮ ਕੀ ਸੀਗਾ ਕਿ 56 ਐਲੀਮੈਂਟਸ ਹੀ ਡਿਸਕਵਰ ਹੋਏ ਸੀਗੇ। ਵਾਈਲ ਅਰੇਂਜਿੰਗ ਥੀਸ ਐਲੀਮੈਂਟਸ, ਇਹਨਾਂ ਨੂੰ ਅਰੇਂਜ ਕਰਦੇ ਸਮੇਂ ਹੀ ਲੈਫਟ ਸਮ ਗੈਪ। ਠੀਕ ਹੈ, ਉਹਨਾਂ ਨੇ ਕੀਤਾ ਸੀਗਾ ਕਿ ਕੁਝ ਗੈਪ ਜਿਹੜੇ ਸੀਗੇ ਉਹ ਛੱਡ ਦਿੱਤੇ ਸੀਗੇ। ਜਿਵੇਂ ਦੋ ਐਲੀਮੈਂਟਸ ਦੇ ਵਿਚਕਾਰ ਇੱਕ ਡੱਬਾ ਬਣਾ ਕੇ ਉਹਨਾਂ ਨੇ ਗੈਪ ਛੱਡ ਦਿੱਤਾ ਸੀ। ਉਹਨਾਂ ਨੇ ਗੈਪ ਕਿਉਂ ਛੱਡਿਆ ਸੀਗਾ? ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇੱਥੇ ਕੋਈ ਹੋਰ ਐਲੀਮੈਂਟ ਆਏਗਾ ਜਿਹੜਾ ਕਿ ਫਿਊਚਰ ਦੇ ਵਿੱਚ ਡਿਸਕਵਰ ਹੋ ਜਾਏਗਾ। ਠੀਕ ਹੈ, ਥੀਸ ਗੈਪਸ ਰਿਪਰੈਜ਼ੈਂਟਡ ਦੀ ਅਨਡਿਸਕਵਰਡ ਐਲੀਮੈਂਟ। ਠੀਕ ਹੈ, ਇਹ ਅਨਡਿਸਕਵਰਡ ਐਲੀਮੈਂਟਸ ਦੇ ਲਈ ਗੈਪ ਛੱਡਿਆ ਗਿਆ ਸੀਗਾ। ਮੈਨਲੀਵ ਪ੍ਰੈਡਿਕਟਡ ਆਫ ਪ੍ਰੋਪਰਟੀਜ਼ ਆਫ ਥੀਸ ਅਨਡਿਸਕਵਰਡ ਐਲੀਮੈਂਟਸ ਔਨ ਦੀ ਬੇਸਿਸ ਆਫ ਦੇਅਰ ਪੋਜੀਸ਼ਨ। ਠੀਕ ਹੈ, ਮੈਨਲੀਵ ਨੇ ਕੀ ਕੀਤਾ ਸੀਗਾ ਕਿ ਪ੍ਰੈਡਿਕਟ ਕਰ ਦਿੱਤੇ ਸੀਗੇ ਉਹਨਾਂ ਦੀ ਪ੍ਰੋਪਰਟੀਜ਼ ਕਿਹਦੇ ਬੇਸਿਸ 'ਤੇ, ਕਿ ਉਹਨਾਂ ਦੀ ਪੋਜੀਸ਼ਨ ਕਿੱਥੇ ਹੈ। ਠੀਕ ਹੈ, ਦੋ ਐਲੀਮੈਂਟਸ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਹੈ ਕਿ ਅਗਲੇ ਐਲੀਮੈਂਟ ਦੀ ਜਿਹੜੀ ਆ ਸੀਗੀ ਪੋਜੀਸ਼ਨ ਅਤੇ ਉਹਦੀ ਪ੍ਰੋਪਰਟੀਜ਼ ਅਸੀਂ ਗੈਸ ਕਰ ਸਕਦੇ ਸੀਗੇ। ਠੀਕ ਹੈ, ਇਸੇ ਤਰ੍ਹਾਂ ਮੈਨਲੀਵ ਨੇ ਕੀਤਾ, ਗੈਪ ਛੱਡੇ। ਠੀਕ ਹੈ, ਜਿਨ੍ਹਾਂ ਦੀ ਪ੍ਰੋਪਰਟੀਜ਼ ਉਹਨਾਂ ਦੀ ਪੋਜੀਸ਼ਨ ਤੋਂ ਸਾਨੂੰ ਪਤਾ ਲੱਗਦੀ ਸੀਗੀ। ਫॉर एग्जाम्पल ही predicted the properties of gallium and eka silicon which were discovered later. ठीक है, this is also very important example. Next है defects of Mendeleev periodic table. This is also very important topic. ठीक है, in spite of many advantages of Mendeleev's periodic table had certain defect also. Some of these are given below. ਸਟੂਡੈਂਟਸ ਕਿ ਡਿਫੈਕਟ ਮਤਲਬ ਹੈ ਕਿ ਕੁਛ ਉਹਨਾਂ ਦੀਆਂ ਲਿਮੀਟੇਸ਼ਨ ਸੀਗੀਆਂ। ਠੀਕ ਹੈ, ਡਿਫੈਕਟ ਹੈਗੇ ਸੀਗੇ ਉਹਨਾਂ ਦੇ ਪੀਰੀਓਡਿਕ ਟੇਬਲ ਦੇ ਵਿੱਚ। ਸੋ ਦੇਖਦੇ ਹਾਂ ਕਿਹੜੇ ਕਿਹੜੇ ਸੀਗੇ। ਫਸਟ ਇਜ਼ ਪੋਜੀਸ਼ਨ ਆਫ ਹਾਈਡਰੋਜਨ। ਹਾਈਡਰੋਜਨ ਦੀ ਪੋਜੀਸ਼ਨ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਹ ਕਨਫਿਊਜ਼ਡ ਵੀ ਰਹਿੰਦੇ ਨੇ। ਠੀਕ ਹੈ, ਤੁਸੀਂ ਕੁਝ ਪੀਰੀਓਡਿਕ ਟੇਬਲ ਦੇਖੇ ਹੋਣਗੇ ਜਿਨ੍ਹਾਂ ਦਾ ਜਿਹੜਾ ਹਾਈਡਰੋਜਨ ਹੈ ਉਹਨਾਂ ਦੀ ਜਿਹੜੀ ਪਲੇਸ ਹੈਗੀ ਆ, ਪੋਜੀਸ਼ਨ ਹੈਗੀ ਆ, ਉਹ ਸੈਂਟਰ ਦੇ ਵਿੱਚ ਹੁੰਦੀ ਆ, ਅਤੇ ਕਈਆਂ ਦੀ ਜਿਹੜੀ ਹੈ ਸਭ ਤੋਂ ਪਹਿਲੇ ਨੰਬਰ 'ਤੇ ਹੁੰਦੀ ਹੈ, ਸਟਾਰਟਿੰਗ ਦੇ ਵਿੱਚ ਹੁੰਦੀ ਹੈ। ਠੀਕ ਹੈ, ਔਰ ਕਈਆਂ ਦੀ ਸੈਂਟਰ ਦੇ ਵਿੱਚ ਹੁੰਦੀ ਹੈ ਪੋਜੀਸ਼ਨ। ਠੀਕ ਹੈ, ਬਿਕੋਜ਼ ਕਿਉਂਕਿ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਉਹ ਦੋਨਾਂ ਥਾਵਾਂ 'ਤੇ ਹੀ ਉਹਨਾਂ ਨੂੰ ਹਾਈਡਰੋਜਨ ਨੂੰ ਰੱਖਿਆ ਜਾ ਸਕਦਾ ਹੈ। ਹਾਈਡਰੋਜਨ ਸੈਂਟਰ ਦੇ ਉੱਪਰ ਵੀ ਰੱਖਿਆ ਜਾ ਸਕਦਾ ਹੈ, ਟੌਪ 'ਤੇ ਸੈਂਟਰ 'ਤੇ। ਠੀਕ ਹੈ, ਔਰ ਹਾਈਡਰੋਜਨ ਨੂੰ ਪਹਿਲੇ ਨੰਬਰ 'ਤੇ ਵੀ ਰੱਖਿਆ ਜਾ ਸਕਦਾ ਹੈ। ਸੋ ਇਹੀ ਉਹਨਾਂ ਦਾ ਡਿਫੈਕਟ ਸੀਗਾ ਕਿ ਹਾਈਡਰੋਜਨ ਦੀ ਜਿਹੜੀ ਪੋਜੀਸ਼ਨ ਸੀਗੀ ਉਹ ਇੱਕ ਨਹੀਂ ਸੀਗੀ। ਪੜ੍ਹਦੇ ਹਾਂ ਅਸੀਂ, ਹਾਈਡਰੋਜਨ ਇਜ਼ ਪਲੇਸਡ ਇਨ ਗਰੁੱਪ 1। ਹਾਈਡਰੋਜਨ ਨੂੰ ਉਹਨਾਂ ਨੇ 1 ਪਹਿਲੇ ਗਰੁੱਪ ਦੇ ਵਿੱਚ ਜਿਹੜਾ ਸੀਗਾ ਰੱਖਿਆ ਸੀਗਾ। ਹਾਊਐਵਰ ਇਟ ਰਿਜ਼ੈਂਬਲ ਦੀ ਐਲੀਮੈਂਟਸ ਆਫ ਗਰੁੱਪ ਐਜ਼ ਵੈਲ ਐਜ਼ ਦੀ ਐਲੀਮੈਂਟਸ ਆਫ ਗਰੁੱਪ 7th A। ਠੀਕ ਹੈ, ਦੇਅਰਫੋਰ ਦੀ ਪੋਜੀਸ਼ਨ ਆਫ ਹਾਈਡਰੋਜਨ ਇਨ ਦੀ ਪੀਰੀਓਡਿਕ ਟੇਬਲ ਇਜ਼ ਨਾਟ ਕਰੈਕਟਲੀ ਡਿਫਾਈਨਡ। ਠੀਕ ਹੈ, ਜਿਹੜੀ ਉਹਦੀ ਪੋਜੀਸ਼ਨ ਸੀਗੀ ਉਹ ਕਰੈਕਟਲੀ ਡਿਫਾਈਨ ਨਹੀਂ ਹੋ ਪਾਈ ਸੀਗੀ ਉਹਨਾਂ ਦੇ ਕੋਲੋਂ। ਸੋ ਸੈਕਿੰਡ ਪੜ੍ਹਦੇ ਹਾਂ। ਸੈਕਿੰਡ ਇਜ਼ ਐਨੋਮੇਲਸ ਪੇਅਰਸ। ਪੜ੍ਹਦੇ ਹਾਂ, ਇਨ ਸਰਟਨ ਪੇਅਰਸ ਆਫ ਐਲੀਮੈਂਟਸ ਦੀ ਇਨਕਰੀਜ਼ਿੰਗ ਆਫ order of the atomic masses was not obeyed. In these cases, Mendeleev placed the elements according to the similarities in their properties and not in increasing order of their atomic masses. For example, argon is placed before potassium. ठीक है, एनामोलस पेयर्स ਕੀ ਸੀਗੇ ਕਿ ਸਰਟਨ ਪੇਅਰ ਸੀਗੇ ਐਲੀਮੈਂਟਸ ਦੇ ਜਿਨ੍ਹਾਂ ਦੇ ਵਿੱਚ ਕੀ ਸੀਗਾ ਦੀ ਇਨਕਰੀਜ਼ਿੰਗ ਆਰਡਰ ਆਫ ਐਟਮਿਕ ਮਾਸਿਸ। ਉਹਨਾਂ ਦੇ ਐਟਮਿਕ ਮਾਸਿਸ ਦੇ ਕਿਉਂਕਿ ਉਹਨਾਂ ਨੇ ਪੀਰੀਓਡਿਕ ਟੇਬਲ ਕਿਵੇਂ ਬਣਾਇਆ ਸੀਗਾ ਐਟਮਿਕ ਮਾਸਿਸ ਨੂੰ ਇਨਕਰੀਜ਼ਿੰਗ ਆਰਡਰ ਦੇ ਵਿੱਚ। ਬਟ ਕੁਛ ਸੀਗਾ ਇਹ ਰੂਲ ਜਿਹੜਾ ਸੀਗਾ ਉਹ ਵਰਕਿੰਗ ਨਹੀਂ ਸੀਗਾ। ਠੀਕ ਹੈ, ਇਹ ਰੂਲ ਨਹੀਂ ਨਿਭਾਇਆ। ਇਹਨਾਂ ਕੇਸਿਸ ਦੇ ਵਿੱਚ ਕੀ ਸੀਗਾ ਕਿ ਮੈਨਲੀਵ ਨੇ ਪਲੇਸਡ ਐਲੀਮੈਂਟਸ ਅਕੋਰਡਿੰਗ ਟੂ ਸਿਮਿਲੈਰਿਟੀਜ਼ ਇਨ ਦੇਅਰ ਪ੍ਰੋਪਰਟੀਜ਼। ਮੈਨਲੀਵ ਨੇ ਕੀ ਕੀਤਾ ਸੀਗਾ ਕਿ ਜਿਹੜੀਆਂ ਕੁਛ ਐਲੀਮੈਂਟਸ ਇੱਦਾਂ ਦੇ ਸੀਗੇ ਕਿ ਜਿਨ੍ਹਾਂ ਨੂੰ ਉਹਨਾਂ ਦੀਆਂ ਸਿਮਿਲਰ ਪ੍ਰੋਪਰਟੀਜ਼ ਦੇ ਅਕੋਰਡਿੰਗ ਰੱਖਿਆ ਗਿਆ ਸੀਗਾ ਐਂਡ ਨਾਟ ਇਨਕਰੀਜ਼ਿੰਗ ਆਰਡਰ ਆਫ ਦੇਅਰ ਐਟਮਿਕ ਮਾਸਿਸ। ਉਹਨਾਂ ਨੂੰ ਐਟਮਿਕ ਮਾਸਿਸ ਦੇ ਇਨਕਰੀਜ਼ਿੰਗ ਆਰਡਰ ਦੇ ਵਿੱਚ ਨਹੀਂ ਲਗਾਇਆ ਗਿਆ ਸੀਗਾ। ਫੋਰ ਐਗਜ਼ਾਮਪਲ, ਆਰਗਨ ਇਜ਼ ਪਲੇਸਡ ਬਿਫੋਰ ਪੋਟਾਸ਼ੀਅਮ। ਠੀਕ ਹੈ, ਆਰਗਨ ਨੂੰ ਕੀ ਕੀਤਾ ਪੋਟਾਸ਼ੀਅਮ ਤੋਂ ਪਹਿਲਾਂ ਰੱਖਿਆ ਗਿਆ। ਠੀਕ ਹੈ ਸਟੂਡੈਂਟਸ, so this is the big defect of Mendeleev periodic table. Third one is position of isotopes. Isotopes are the atoms of the same elements having different atomic mass but same atomic number. So students, this is very important question that what is isotopes. Isotopes ਕੀ ਹੁੰਦੇ ਨੇ? ਬਹੁਤ ਹੀ ਵਧੀਆ ਕੁਐਸਚਨ ਬਣ ਸਕਦਾ ਆ ਔਰ ਬਹੁਤ ਵਾਰੀ ਕੁਐਸਚਨ ਪੇਪਰ ਦੇ ਵਿੱਚ ਆਉਂਦਾ ਵੀ ਆ। ਆਈਸੋਟੋਪਸ ਫਸਟ ਤਾਂ ਇਹਨਾਂ ਨੇ ਆਈਸੋਟੋਪ ਦੀ ਡੈਫੀਨੇਸ਼ਨ ਹੀ ਹੈ ਕਿ ਆਈਸੋਟੋਪਸ ਹੁੰਦੇ ਕੀ ਨੇ। ਆਈਸੋਟੋਪਸ ਆਰ ਦੀ ਐਟਮਸ ਆਫ ਦ ਸੇਮ ਐਲੀਮੈਂਟਸ ਹੈਵਿੰਗ ਡਿਫਰੈਂਟ ਐਟਮਿਕ ਮਾਸਿਸ ਬਟ ਸੇਮ ਐਟਮਿਕ ਨੰਬਰ।
ਆਈਸੋਟੋਪਸ ਉਹ ਐਟਮਸ ਤੇ ਹੁੰਦੇ ਨੇ ਕਿ ਜਿਨ੍ਹਾਂ ਦੇ ਜਿਹੜੇ ਐਟਮਿਕ ਮਾਸ ਜਿਹੜਾ ਆ ਡਿਫਰੈਂਟ ਹੁੰਦਾ ਬਟ ਐਟਮਿਕ ਨੰਬਰ ਜਿਹੜਾ ਆ ਦੈਟ ਇਜ਼ ਸੇਮ। Therefore, according to Mendeleev's classification, these should be placed at different places depending upon their atomic masses। ठीक है, कहते कि according to Mendeleev's classification, Mendeleev ਦੀ classification ਦੇ according ਇਹਨਾਂ ਨੂੰ ਕੀ ਕਰਨਾ ਚਾਹੀਦਾ ਸੀਗਾ, ਇਹਨਾਂ ਦੇ atomic masses ਦੇ according ਹੀ ਇਹਨਾਂ ਨੂੰ ਰੱਖਣਾ ਚਾਹੀਦਾ ਸੀਗਾ। However, isotopes have not been given separate places in the periodic table। ਕਹਿੰਦੇ ਕਿ isotopes ਨੂੰ periodic table ਦੇ ਵਿੱਚ separate places ਜਿਹੜੇ ਨੇ ਉਹ ਨਹੀਂ ਦਿੱਤੇ ਗਏ। Fourth is cause of periodicity। Mendeleev did not explain the cause of periodicity among the elements। Mendeleev ਨੇ ਕੀ ਕੀਤਾ ਸੀਗਾ, ਜਿਹੜਾ cause of periodicity ਹੈ ਉਹਨੂੰ explain ਨਹੀਂ ਕੀਤਾ। ਠੀਕ ਹੈ ਸਟੂਡੈਂਟਸ। Fifth is position of lanthanoids and actinoids। The 14 elements following lanthanum and the 14 elements following actinium have not been separate places in Mendeleev's table. In order to cover more elements, Mendeleev modified his periodic table। Students, so this is the defect of Mendeleev periodic table। ਇਹ ਸੀਗੇ Mendeleev ਦੇ periodic table ਦੇ defects। ਅਸੀਂ ਹੁਣ ਤੱਕ Mendeleev periodic table ਦੇ ਕੰਟਰੀਬਿਊਸ਼ਨ ਪੜ੍ਹ ਚੁੱਕੇ ਹਾਂ। ਠੀਕ ਹੈ, ਕਿਉਂਕਿ ਦਿਸ ਇਜ਼ ਵੈਰੀ ਇੰਪੋਰਟੈਂਟ। Mendeleev ਦਾ periodic table ਤਾਂ ਸਾਰੇ ਸਟੂਡੈਂਟਸ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ ਸਟੂਡੈਂਟਸ, ਸੋ ਅਸੀਂ ਕੰਟਰੀਬਿਊਸ਼ਨ ਵੀ ਪੜ੍ਹ ਲਈ ਆ। ਠੀਕ ਹੈ, ਉਹਨਾਂ ਦੇ ਜਿਹੜੇ ਡਿਫੈਕਟ ਸੀਗੇ ਉਹ ਵੀ ਪੜ੍ਹ ਲਈ ਆ। ਬਾਕੀ ਅਸੀਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਥੈਂਕ ਯੂ। ਅਗਲੀ ਵੀਡੀਓ ਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਲਾਈਕ ਕਰਿਓ। ਧੰਨਵਾਦ।